ਸਤਿਕਾਰਯੋਗ ਗੁਰਮਤਿ ਪ੍ਰੇਮੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਪਿਛਲੇ ਐਪੀਸੋਡ ਵਿੱਚ ਆਪਾਂ ਇੱਥੋਂ ਤੱਕ ਪੁੱਜੇ ਸੀ ਕਿ ਫਾਰਸੀ ਦਾ ਗਿਆਨ ਹਾਸਲ ਕਰਨ ਉਪਰੰਤ ਕੁਝ ਦਿਨ ਐਸੇ ਆਉਂਦੇ ਨੇ ਜਦੋਂ ਸਤਿਗੁਰੂ ਜੀ ਕਿਸੇ ਹੋਰ ਹੀ ਮਸਤੀ ਦੇ ਆਲਮ ਵਿੱਚ ਪਹੁੰਚ ਗਏ ਹਨ। ਆਮ ਸੰਸਾਰ ਨੂੰ ਉਸ ਮਸਤੀ ਦੀ ਸਮਝ ਨਹੀਂ, ਪਰਿਵਾਰ ਦੇ ਜੀਆਂ ਨੂੰ ਵੀ ਉਹ ਸਮਝ ਨਹੀਂ। ਇਸ ਲਈ ਕਈ ਪ੍ਰਕਾਰ ਦੇ ਸ਼ੰਕੇ ਲੋਕ ਪੈਦਾ ਕਰ ਰਹੇ ਹਨ ਕਿ ਗੁਰੂ ਨਾਨਕ ਨੂੰ ਖਬਰੇ ਕੋਈ ਜਿੰਨ ਭੂਤ ਚੰਬੜ ਗਿਆ ਹੈ ਜਾਂ ਕੋਈ ਬਾਹਰ ਦੀ ਹਵਾ ਚੰਬੜ ਗਈ ਹੈ, ਜੈਸੇ ਅਨਪੜ੍ਹ ਲੋਕ ਕਿਹਾ ਕਰਦੇ ਸਨ, ਅੱਜ ਵੀ ਕਹਿੰਦੇ ਨੇ। ਲੇਕਿਨ ਇਹ ਤਾਂ ਰਮਜ਼ ਨੂੰ ਉਹੀ ਜਾਣੇ ਜਿਸ ਨੇ ਖੁਦ ਉਸ ਰਮਜ਼ ਨੂੰ ਜਾਣਿਆ ਤੇ ਮਾਣਿਆ ਹੋਵੇ। ਮਹਿਤਾ ਕਾਲੂ ਜੀ ਵੀ ਚਿੰਤਾ ਵਿੱਚ ਆ ਗਏ। ਉਹਨਾਂ ਨੇ ਫਾਰਸੀ ਦੀ ਵਿੱਦਿਆ ਦੇਣ ਵਾਲੇ ਅਧਿਆਪਕ ਨੂੰ, ਟੀਚਰ ਨੂੰ ਬੁਲਾਇਆ ਕਿ ਤੁਸੀਂ ਜ਼ਰਾ ਗੌਰ ਕਰਕੇ ਦੇਖੋ ਨਾਨਕ ਨੂੰ ਗੱਲ ਕੀ ਹੋਈ ਹੈ। ਜਿਵੇਂ ਹੁਣੇ ਮੈਂ ਲਫ਼ਜ਼ਾਂ ਵਿੱਚ ਵਰਤਿਆ ਹੈ, ਅਧਿਆਪਕ ਨੂੰ, ਟੀਚਰ ਨੂੰ ਬੁਲਾਇਆ। ਇੰਗਲਿਸ਼ ਵੀ ਆ ਗਈ ਅਤੇ ਸਾਡੀ ਆਪਣੀ ਬੋਲੀ ਪੰਜਾਬੀ ਵੀ ਇਸ ਵਿੱਚ ਸ਼ਾਮਲ ਹੋ ਗਈ। ਜਿੱਥੇ ਮਨੁੱਖ ਰਹਿੰਦਾ ਹੈ, ਜਿਸ ਸਮਾਜ ਵਿੱਚ ਵਿਚਰਦਾ ਹੈ, ਉਸ ਭਾਸ਼ਾ ਦਾ ਮਿਲ ਗੋਭਾ ਹੋ ਜਾਣਾ ਸੁਭਾਵਿਕ ਹੈ। ਤੋ ਜਿਹੜੇ ਲੋਕ ਇਕੱਠੇ ਹੋ ਗਏ ਨੇ ਆਂਢ ਗੁਆਂਢ ਦੇ ਵੀ, ਉਹ ਵੀ ਨਾ ਫਾਰਸੀ ਦੇ ਵਿਦਵਾਨ ਹਨ, ਪਰ ਕਿਉਂਕਿ ਸਮਾਜ ਵਿੱਚ ਫਾਰਸੀ ਚੱਲ ਰਹੀ ਹੈ, ਇਸ ਲਈ ਕੁਝ ਲਫ਼ਜ਼ ਉਹਨਾਂ ਦੇ ਗਿਆਨ ਵਿੱਚ ਜ਼ਰੂਰ ਨੇ। ਅਧਿਆਪਕ ਨੂੰ ਤਾਂ ਖੈਰ ਫਾਰਸੀ ਆਉਂਦੀ ਹੀ ਹੈ। ਮਾਹੌਲ ਕੁਝ ਅਜਿਹਾ ਹੈ ਕਿ ਸਤਿਗੁਰੂ ਜੀ ਇਸ ਢੰਗ ਨਾਲ ਕੋਈ ਬਚਨ ਉਚਾਰਨ ਜਿਸ ਨਾਲ ਸਾਰੇ ਲੋਕਾਂ ਦੀ ਸਮਝ ਵਿੱਚ ਉਹ ਗਿਆਨ ਦੀਆਂ ਬਾਤਾਂ ਪੈ ਸਕਣ। ਇਸ ਦੇ ਨਾਲ ਨਾਲ ਹੀ ਮੈਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਸ਼ਬਦ ਦੇ ਸੰਬੰਧ ਵਿੱਚ ਸ਼ਬਦਾਰਥ ਵਾਲਿਆਂ ਨੇ ਇਉਂ ਲਿਖਿਆ ਹੈ ਕਿ ਕਿਸੇ ਮੁਸਲਿਮ ਭਾਈ ਦੇ ਪ੍ਰਤੀ ਇਹ ਸ਼ਬਦ ਉਚਾਰਨ ਕੀਤਾ ਗਿਆ। ਸੁਭਾਵਿਕ ਹੈ, ਫਾਰਸੀ ਦਾ ਗਿਆਨ ਮੁਸਲਮਾਨ ਭਰਾਵਾਂ ਨੂੰ ਸਾਡੇ ਨਾਲੋਂ ਵਧੇਰੇ ਸੀ, ਉਹਨਾਂ ਦਿਨਾਂ ਵਿੱਚ ਤਾਂ ਹੋਰ ਵਧੇਰੇ ਸੀ। ਇਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਗਿਆਨ ਰਤਨਾਵਲੀ ਵਿੱਚ ਇਹ ਖਿਆਲ ਦਿੱਤਾ ਹੈ ਕਿ ਜਦੋਂ ਸਤਿਗੁਰੂ ਜੀ ਲੋਹਗੜ੍ਹ ਤੋਂ ਕੰਧਾਰ ਵੱਲ ਗਏ ਅਤੇ ਸ਼ਾਹ ਵਲੀ ਨੇ ਉਹਨਾਂ ਪਾਸੋਂ ਉਪਦੇਸ਼ ਦੀ ਮੰਗ ਕੀਤੀ ਤਾਂ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ। ਭਾਈ ਸੰਤੋਖ ਸਿੰਘ ਜੀ ਨੇ ਵਰਣਨ ਇਉਂ ਕੀਤਾ ਹੈ ਜਿੱਥੇ ਅਸੀਂ ਸਾਖੀਆਂ ਵਿਚਾਰਦੇ ਪੁੱਜੇ ਹਾਂ। ਇਸ ਗੱਲ ਦਾ ਬਹੁਤਾ ਮਹੱਤਵ ਨਹੀਂ ਕਿ ਕੰਧਾਰ ਵਿੱਚ ਸ਼ਬਦ ਉਚਾਰਿਆ ਜਾਂ ਸ਼ਾਹ ਵਲੀ ਪਾਸ ਜਾਂ ਕਿਸੇ ਹੋਰ ਦੇ ਪਾਸ। ਅਸੀਂ ਲੈਣਾ ਹੈ ਸਬਕ ਕਿ ਸਤਿਗੁਰੂ ਜੀ ਨੇ ਇਸ ਵਿੱਚ ਸਾਨੂੰ ਸਿੱਖਿਆ ਕੀ ਦਿੱਤੀ ਹੈ। ਤੋ ਆਪਾਂ ਉਸੇ ਹੀ ਮਾਹੌਲ ਨੂੰ ਜਾਣਨ ਮਾਨਣ ਦਾ ਯਤਨ ਕਰਦੇ ਹਾਂ। ਮਹਿਤਾ ਕਾਲੂ ਜੀ ਵੀ ਖੜੋਤੇ ਹਨ, ਮਾਂ ਤ੍ਰਿਪਤਾ ਵੀ ਉੱਥੇ ਹੈ ਅਤੇ ਆਂਢ ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ ਹਨ। ਫਾਰਸੀ ਪੜ੍ਹਾਉਣ ਵਾਲਾ ਵੀ, ਜਿਸ ਨੂੰ ਆਮ ਪੇਂਡੂ ਲੋਕ ਮੁੱਲਾਂ ਆਖ ਕੇ ਹੀ ਪੁਕਾਰ ਲਿਆ ਕਰਦੇ ਸਨ, ਮੁੱਲਾਂ ਜੀ ਵੀ ਬਾਬਾ ਨਾਨਕ ਨੂੰ ਪੁੱਛਦੇ ਹਨ, ਨਾਨਕ ਤੈਨੂੰ ਹੋਇਆ ਕੀ ਹੈ, ਤੂੰ ਚੁੱਪ ਕਿਉਂ ਹੈ? ਮਾਪੇ ਦੱਸਦੇ ਨੇ ਕਿ 2 ਦਿਨਾਂ ਤੋਂ ਤੂੰ ਮੰਜੇ ਉੱਪਰ ਹੀ ਲੇਟਿਆ ਹੋਇਆ ਹੈ ਅਤੇ ਇਹਨਾਂ ਦੀ ਕਿਸੇ ਗੱਲ ਦਾ ਜਵਾਬ ਵੀ ਨਹੀਂ ਦਿੰਦਾ। ਮੈਂ ਵੀ ਯਤਨ ਕਰ ਰਿਹਾ ਹਾਂ ਅਤੇ ਤੁਸੀਂ ਬੋਲਦੇ ਕੋਈ ਨਹੀਂ, ਨਾਨਕ ਕਾਰਨ ਕੀ ਹੈ? ਅਤੇ ਆਖਰ ਉਹਨਾਂ ਵਾਸਤਾ ਪਾਇਆ ਰੱਬ ਦਾ ਕਿ ਖੁਦਾ ਦੇ ਵਾਸਤੇ ਕੁਝ ਤਾਂ ਦੱਸ। ਬਾਬਾ ਨਾਨਕ ਉੱਠ ਖੜ੍ਹੇ ਹੋਏ। ਖੁਦਾ ਦਾ ਵਾਸਤਾ ਬੜੀ ਵੱਡੀ ਗੱਲ ਸੀ ਅਤੇ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ
ਜੋ ਆਪਣੀ ਮਨੋ ਅਵਸਥਾ ਵੀ ਦੱਸੀ ਉਹ ਇਸ ਸ਼ਬਦ ਵਿੱਚ ਅੰਕਿਤ ਹੈ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਸ਼ਬਦ ਦਰਜ ਕੀਤਾ ਗਿਆ ਹੈ ਤਾਂ ਪਹਿਲਾਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੰਗਲ ਹੈ। ਰਾਗ ਤਿਲੰਗ ਵਿੱਚ ਸਤਿਗੁਰੂ ਜੀ ਨੇ ਇਸ ਸ਼ਬਦ ਦਾ ਉਚਾਰਨ ਕੀਤਾ ਹੈ। ਰਾਗ ਤਿਲੰਗ ਮਹਲਾ ਪਹਿਲਾ ਘਰ ਪਹਿਲਾ। ਉਸ ਤੋਂ ਬਾਅਦ ਗੁਰਪ੍ਰਸਾਦ ਤੱਕ ਮੰਗਲ ਹੈ ਤੇ ਅਗਾਂਹ ਸ਼ਬਦ ਪ੍ਰਾਰੰਭ ਹੁੰਦਾ ਹੈ। ਕੈਸਾ ਉਹ ਵਜਦਤ ਦਾ ਮੌਕਾ ਹੋਵੇਗਾ ਜਿਸ ਵੇਲੇ ਹਜ਼ੂਰ ਸਾਰਿਆਂ ਦੇ ਸਾਹਮਣੇ ਇਹ ਬਚਨ ਉਚਾਰ ਰਹੇ ਹੋਣਗੇ। ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਇੱਕ ਮੇਰੀ ਬੇਨਤੀ ਹੈ। ਲੋਕ ਪੁੱਛ ਰਹੇ ਨੇ, ਨਾਨਕ ਆਪਣੇ ਦਿਲ ਦੀ ਗੱਲ ਦੱਸ, ਕਾਰਨ ਕੀ ਹੈ, ਤੂੰ ਚੁੱਪ ਕਿਉਂ ਹੈ? ਤੇ ਬਾਬਾ ਨਾਨਕ ਜੀ ਉੱਠ ਕੇ ਬੈਠੇ, ਸਿੱਧਾ ਮੁਖਾਤਬ ਹੀ ਪਰਮਾਤਮਾ ਨੂੰ ਕਰਨ ਲੱਗ ਪਏ। ਜੋ ਮਨ ਦੀ ਦਸ਼ਾ ਸੀ ਸੁਣਨ ਵਾਲੇ ਆਪੇ ਸਮਝ ਲੈਣਗੇ ਕਿ ਕਿਸ ਮਸਤੀ ਵਿੱਚ ਨੇ। ਮੇਰੀ ਇੱਕ ਬੇਨਤੀ ਹੈ, ਮੈਂ ਪੇਸ਼ ਕੀਤੀ ਹੈ। ਹੇ ਮਾਲਕ ਤੇਰੇ ਅੱਗੇ, ਤੇ ਕੰਨ ਦੇ ਕੇ ਮੇਰੀ ਪੁਕਾਰ ਸੁਣ ਲੈ। ਗੌਰ ਨਾਲ ਮੇਰੀ ਬੇਨਤੀ ਨੂੰ ਪ੍ਰਵਾਨ ਕਰ। ਤੂੰ ਹੀ ਸੱਚਾ ਹੈ, ਹੱਕਾ ਕਬੀਰ ਕਰੀਮ ਤੂੰ। ਸਭ ਤੋਂ ਵੱਡਾ ਵੀ ਤੂੰ ਹੈ ਤੇ ਸਭ ਤੇ ਰਹਿਮਤਾਂ ਕਰਨ ਵਾਲਾ ਵੀ ਤੂੰ ਹੈ। ਬੇਐਬ ਪਰਵਦਗਾਰ, ਐ ਪਰਵਰਦਗਾਰ ਤੇਰੇ ਅੰਦਰ ਕੋਈ ਐਬ ਨਹੀਂ। ਹਰ ਐਬ ਕਮਜ਼ੋਰੀ ਹੁੰਦਾ ਹੈ ਤੇ ਤੇਰੇ ਅੰਦਰ ਕੋਈ ਕਮਜ਼ੋਰੀ ਨਹੀਂ। ਕੋਈ ਗੁਨਾਹ ਦਾ ਮਾਦਾ ਨਹੀਂ, ਕੋਈ ਐਬ ਨਹੀਂ। ਇਸ ਲਈ ਤੇਰੇ ਅੱਗੇ ਹੀ ਤਾਂ ਪੁਕਾਰ ਕਰਨੀ ਹੋਈ। ਮੈਂ ਇਸ ਦੁਨੀਆ ਨੂੰ ਗੌਰ ਨਾਲ ਦੇਖ ਲਿਆ ਤੇ ਦੁਨੀਆ ਦੀ ਅਸਲੀਅਤ ਇਹੀ ਹੈ। ਦੁਨੀਆ ਮੁਕਾਮੇ ਫਾਨੀ, ਤਹਕੀਕ ਦਿਲਦਾਨੀ। ਮਮਸਰ ਮੂਏ ਅਜ਼ਰਾਈਲ ਗ੍ਰਿਫਤ ਹੈ, ਦਿਲ ਹੇਚ ਨਾ ਦਾਨੀ। ਐ ਮੇਰੇ ਮਾਲਕ, ਇਹ ਸੰਸਾਰ ਦੀ ਅਸਲੀਅਤ ਮੇਰੇ ਧਿਆਨ ਵਿੱਚ ਆ ਗਈ ਹੈ। ਇਹ ਹੈ ਮੁਕਾਮੇ ਫਾਨੀ, ਫਨਾ ਹੋ ਜਾਣ ਵਾਲਾ, ਮਿਟ ਜਾਣ ਵਾਲਾ ਹੈ ਇਹ ਟਿਕਾਣਾ ਸੰਸਾਰ ਦਾ। ਹਾਲਾਂਕਿ ਬੰਦੇ ਦੀ ਇੱਕ ਸਭ ਤੋਂ ਵੱਡੀਆਂ ਕਮਜ਼ੋਰੀਆਂ ਵਿੱਚੋਂ ਇੱਕ ਕਮਜ਼ੋਰੀ ਇਹ ਹੈ ਕਿ ਨੈਣ ਪਸਾਰ ਕੇ ਦੇਖਦਾ ਨਹੀਂ ਸੰਸਾਰ ਦੀ ਅਸਲੀਅਤ ਨੂੰ, ਤੇ ਇਸ ਨੂੰ ਆਪਣਾ ਪੱਕਾ ਟਿਕਾਣਾ ਮੰਨ ਬੈਠਦਾ ਹੈ। ਸਾਰੀ ਦੁਨੀਆ ਅੰਦਰ ਜ਼ਿੰਦਗੀ ਭਰ ਦਾ ਟਿਕਾਣਾ ਤਾਂ ਇੱਕ ਪਾਸੇ, 4 ਦਿਨ ਕੁਰਸੀ ਮਿਲ ਜਾਏ ਬੰਦੇ ਨੂੰ ਤੇ ਉਸ ਦਾ ਵੀ ਦਿਮਾਗ ਖਰਾਬ ਹੋ ਜਾਂਦਾ ਹੈ ਕਿ ਬਸ ਹੁਣ ਮੈਂ ਹੀ ਹਾਂ। ਬੜਾ ਵੱਡਾ ਭੁਲੇਖਾ ਹੈ। ਜਿਹੜੀ ਕੁਰਸੀ ਦੀਆਂ 4 ਲੱਤਾਂ ਨੂੰ ਖੋਹਣ ਵਾਲੇ 4 ਲੱਖ ਲੋਕ ਲੱਗੇ ਪਏ ਨੇ, ਮੈਨੂੰ ਮਿਲੇ ਮੈਨੂੰ ਮਿਲੇ, ਉਸ ਤੇ ਬੈਠਾ ਵੀ ਕਈ ਵਾਰੀ ਸੋਚਦਾ ਹੈ ਇਹ ਮੇਰਾ ਖਬਰੇ ਪੱਕਾ ਟਿਕਾਣਾ ਹੈ। ਜਦੋਂ ਵੀ ਇਹ ਭੁਲੇਖਾ ਪੈ ਜਾਏਗਾ, ਕਿਸੇ ਪਦਵੀ ਤੇ ਬੈਠੇ ਬੰਦੇ ਨੂੰ ਪੈ ਜਾਏ, ਉਹ ਗੁਨਾਹਾਂ ਵੱਲ ਲੱਗ ਪਏਗਾ। ਫਿਰ ਉਹ ਪਰਵਾਹ ਨਹੀਂ ਕਰਦਾ ਕਿਸੇ ਦੀ, ਤੇ ਉਲਟੇ ਕੰਮ ਕਰਨ ਲੱਗਿਆਂ ਡਰਦਾ ਨਹੀਂ। ਬਾਅਦ ਵਿੱਚ ਭਾਵੇਂ ਨਤੀਜੇ ਕਿੰਨੇ ਮਾੜੇ ਨਿਕਲਣ, ਪਰ ਇਹ ਪੱਕਾ ਟਿਕਾਣਾ ਤਾਂ ਦੁਨੀਆ ਵੀ ਨਹੀਂ। ਬਾਬਾ ਫਰੀਦ ਜੀ ਨੇ ਜਿਸ ਵੇਲੇ ਇਸ ਮਨੁੱਖ ਨੂੰ ਆਵਾਜ਼ ਦਿੱਤੀ, ਆਪਣੇ ਵੱਲੋਂ ਨਹੀਂ, ਕਬਰ ਵੱਲੋਂ, ਤੇ ਉਹਨਾਂ ਆਖਿਆ, ਕਬਰ ਵੱਲੋਂ ਆਖਿਆ, ਤੇਰਾ ਟਿਕਾਣਾ ਸਰੀਰ ਦਾ ਵੀ, ਜਿਸ ਸਰੀਰ ਨੂੰ ਤੂੰ ਮੈਂ ਮੰਨ ਲਿਆ ਹੈ ਕਿ ਮੈਂ ਹਾਂ, ਤੇਰਾ ਵੀ ਅਸਲੀ ਟਿਕਾਣਾ ਮੈਂ ਹਾਂ। ਕਬਰ ਆਖਦੀ ਹੈ, ਫਰੀਦਾ ਗੌਰ ਨਿਮਾਣੀ ਛੱਡ ਕਰੇ, ਆਵਾਜ਼ ਦਿੰਦੀ ਹੈ, ਸੱਦ ਦਿੰਦੀ ਹੈ, ਨਿਘਰਿਆ ਘਰ ਆਓ। ਤੂੰ ਅਜੇ ਤੱਕ ਨਿਘਰਾ ਹੈ, ਬੇਘਰਾ ਹੈ, ਲੱਖ ਮਹਿਲਾਂ ਤੇ ਮਾਣ ਕਰਕੇ ਮੇਰੇ ਨੇ। ਇਹ ਕਿਸ ਦੇ ਬਣੇ? ਸਭ ਤੁਰ ਗਏ ਇਹਨਾਂ ਮਹੱਲਾਂ ਨੂੰ ਖਾਲੀ ਛੱਡ ਕੇ।
ਮਾਲਕ ਸਦਵਾਉਂਦੇ ਸਦਵਾਉਂਦੇ। ਨਿਕਰਿਆ ਘਰ ਆਓ ਤੇ ਮੈਂ ਤੈਨੂੰ ਦੱਸ ਦਿਆਂ, ਸਰ ਪਰ ਮੈਂ ਥੈ ਆਵਣਾ, ਮਰਨ ਹੁਣ ਨਾ ਡਰਿਆ ਹੋ। ਹਰ ਹਾਲਤ ਵਿੱਚ ਇੱਕ ਦਿਨ ਮੇਰੇ ਪਾਸ ਤੇਰਾ ਆਉਣਾ ਨਿਸ਼ਚਿਤ ਹੈ, ਇਸ ਨੂੰ ਕੋਈ ਟਾਲ ਨਹੀਂ ਸਕੇਗਾ। ਸਰ ਪਰ ਮੈਂ ਥੈ ਆਵਣਾ। ਕਿਉਂ ਡਰਦਾ ਹੈ ਮਰਨ ਤੋਂ? ਮੌਤ ਨੂੰ ਚੇਤੇ ਰੱਖ, ਅੱਜ ਨਹੀਂ ਤੇ ਕੱਲ੍ਹ ਸਹੀ ਦੁਨੀਆ ਤੋਂ ਜਾਣਾ ਹੀ ਪਵੇਗਾ। ਇਸ ਅਟੱਲ ਸੱਚਾਈ ਨੂੰ ਕੌਣ ਟਾਲ ਸਕਿਆ ਹੈ? ਜਨਮ ਤੋਂ ਬਾਅਦ ਅਗਰ ਕੋਈ ਗੱਲ ਯਕੀਨਨ ਆਖੀ ਜਾ ਸਕਦੀ ਹੈ ਬਿਨਾਂ ਕੋਈ ਜਿਓਤਿਸ਼ ਲਗਾਇਆ, ਤਾਂ ਉਹ ਇਹ ਹੈ ਕਿ ਜੋ ਜਨਮਿਆ ਹੈ ਇਹ ਮਰੇਗਾ ਜ਼ਰੂਰ, ਜਾਣਾ ਹੈ। ਦੁਨੀਆ ਮੁਕਾਮੇ ਫਾਨੀ, ਇਹ ਟਿਕਾਣਾ ਥਿਰ ਰਹਿਣ ਵਾਲਾ ਨਹੀਂ। ਆਦਮੀ ਕੋਸ਼ਿਸ਼ ਬੜੀ ਕਰਦਾ ਹੈ। ਸੱਚ ਤਾਂ ਇਹ ਹੈ, ਆਮ ਗ੍ਰਸਤ ਦੇ ਝਮੇਲਿਆਂ 'ਚ ਪਿਆ ਬੰਦਾ ਆਖੇ ਘਰ ਮੇਰਾ ਹੈ। ਹਾਲਾਂਕਿ ਕਬੀਰ ਜੀ ਨੇ ਕਿਹਾ ਹੈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਤੇਰੇ ਪਾਸੋਂ ਲੱਜਾ ਨਾਲ ਮਰਿਆ ਨਹੀਂ ਜਾਂਦਾ। ਜਿਸ ਵੇਲੇ ਤੂੰ ਆਖਦਾ ਹੈ ਇਸ ਘਰ ਦਾ ਮੈਂ ਮਾਲਕ ਹਾਂ, ਇਹ ਘਰ ਮੇਰਾ ਹੈ, ਅੰਤ ਵੇਲੇ ਤਾਂ ਤੇਰਾ ਕੁਝ ਵੀ ਨਹੀਂ। ਤੇਰੇ ਤੋਂ ਪਹਿਲੇ ਤੇਰੇ ਬਾਪ ਦਾਦੇ ਇਹੀ ਦਾਅਵੇ ਕਰਦੇ ਤੁਰ ਗਏ, ਘਰ ਮੇਰਾ ਹੈ। ਤਿਆਦ ਘਰੀ ਕੋਊ ਨਹਿ ਰਾਖੈ, ਘਰ ਤੇ ਦੇਤ ਨਿਕਾਰ। ਅੰਤ ਹਾਲਤ ਇਹ ਬਣਦੀ ਹੈ, ਜਿਸ ਤੇ ਦਾਅਵਾ ਕਰਦਾ ਸੀ ਇਹ ਘਰ ਮੇਰਾ, ਅੱਧੀ ਘੜੀ ਕੋਈ ਨਹੀਂ ਰੱਖਦਾ ਤੇ ਲੈ ਕੇ ਤੁਰ ਪੈਂਦੇ ਨੇ ਸ਼ਮਸ਼ਾਨ ਘਾਟ ਵੱਲ ਨੂੰ। ਕਬਰ ਨੇ ਠੀਕ ਹੀ ਆਵਾਜ਼ ਦਿੱਤੀ, ਬਾਬਾ ਫਰੀਦ ਜੀ ਨੇ ਐਵੇਂ ਨਹੀਂ ਆਖਿਆ। ਇਹ ਦੁਨੀਆ ਥਿਰ ਰਹਿਣ ਵਾਲਾ ਟਿਕਾਣਾ ਨਹੀਂ। ਲੱਖ ਕੋਈ ਆਖੇ ਮੇਰਾ ਮੁਕਾਮ ਹੈ, ਪਰ ਸਤਿਗੁਰੂ ਦੇ ਬਚਨ ਹਨ, ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੇ ਕੀ ਧੋਖ। ਜਿੱਥੇ ਨਿਤ ਚੱਲਣ ਦਾ ਧੋਖਾ ਹੈ, ਉਸ ਘਰ ਨੂੰ ਇਹ ਪੱਕਾ ਟਿਕਾਣਾ ਮੰਨ ਕੇ ਬੈਠ ਗਿਆ ਹੈ। ਮੁਕਾਮ ਤਾਂ ਪਰ ਜਾਣੀਏ, ਰਹਿ ਨਿਹਚਲ ਲੋਕ, ਜੇ ਸਦਾ ਅਟਲ ਰਹਿਣਾ ਹੋਵੇ। ਆਮ ਦੁਨੀਆ ਦੀ ਗੱਲ ਕੀ ਕਰੀਏ, ਜਿਹੜੇ ਆਖਦੇ ਨੇ ਅਸੀਂ ਤਿਆਗੀ ਹਾਂ, ਅਸੀਂ ਸਾਧੂ ਹਾਂ, ਸਭ ਕੁਝ ਛੱਡ ਦਿੱਤਾ ਹੈ, ਉਹ ਵੀ ਜਦੋਂ ਸਥਾਨ ਬਣਾਉਂਦੇ ਨੇ ਤੇ ਨਾਮ ਰੱਖ ਦਿੰਦੇ ਨੇ ਫਲਾਣੇ ਦਾ ਡੇਰਾ ਹੈ। ਡੇਰੇ ਦਾ ਅਰਥ ਕੀ ਹੁੰਦਾ ਹੈ? ਪੱਕਾ ਮੁਕਾਮ, ਪੱਕਾ ਟਿਕਾਣਾ। ਉਸ ਨੂੰ ਵੀ ਇੰਨੀ ਸਮਝ ਨਹੀਂ, ਇਹ ਦੁਨੀਆ ਹੀ ਮੇਰਾ ਟਿਕਾਣਾ ਨਹੀਂ, ਡੇਰਾ ਨਹੀਂ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਉਸ ਡੇਰੇ ਨੂੰ ਸਮਝ ਜਿੱਥੇ ਜਾਣਾ ਹੈ। ਇਹ ਡੇਰਾ ਪੱਕਾ ਨਹੀਂ, ਜਿੱਥੇ ਅਸਲੀ ਡੇਰਾ ਹੈ ਉਹਨੂੰ ਸਮਝ ਲੈ। ਦੁਨੀਆ ਮੁਕਾਮੇ ਫਾਨੀ, ਬਾਬਾ ਨਾਨਕ ਸਾਰੇ ਸਮਾਜ ਨੂੰ ਦੱਸ ਰਹੇ ਨੇ, ਸਾਨੂੰ ਵੀ ਦੱਸ ਰਹੇ ਨੇ, ਇਹ ਫਾਨੀ ਹੈ, ਫਨਾ ਹੋ ਜਾਣ ਵਾਲੀ ਦੁਨੀਆ ਹੈ। ਤਹਕੀਕ ਦਿਲ ਦਾਨੀ, ਐ ਦਿਲ ਇਸ ਸੱਚ ਨੂੰ ਜਾਣ ਲੈ, ਤੂੰ ਵੀ ਜਾਣ ਲੈ। ਆਪਣੇ ਆਪੇ ਨੂੰ ਆਖਣਾ ਹੈ। ਉੱਤਮ ਉਪਦੇਸ਼ ਉਹ ਹੁੰਦਾ ਜਿਹੜਾ ਉੱਤਮ ਪੁਰਖ ਵਿੱਚ ਦਿੱਤਾ ਜਾਏ। ਅਲੰਕਾਰ ਨੇ ਉੱਤਮ ਪੁਰਖ ਵਿੱਚ ਦੇਣਾ, ਆਪਣੇ ਆਪ ਨੂੰ ਮੁਖਾਤਬ ਕਰਕੇ ਕੁਝ ਕਹਿਣਾ। ਦੁਨੀਆ ਮੁਕਾਮੇ ਫਾਨੀ, ਤਹਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਈਲ ਗਿਰਫਤ, ਦਿਲ ਹੇਚ ਨਾ ਦਾਨੀ। ਮੇਰੇ ਇਹ ਵਾਲ ਮੌਤ ਦੇ ਫਰਿਸ਼ਤੇ ਨੇ, ਅਜ਼ਰਾਈਲ ਨੇ ਪਕੜੇ ਹੋਏ ਨੇ। ਇਹ ਖਿਆਲ ਰੱਖ ਐ ਮੇਰੇ ਮਨ, ਐ ਦਿਲ, ਤੈਨੂੰ ਕਿਉਂ ਸਮਝ ਨਹੀਂ ਆਉਂਦੀ? ਤੇਰੇ ਇਹ ਵਾਲ ਅਜ਼ਰਾਈਲ ਦੀ ਗ੍ਰਿਫਤ ਵਿੱਚ ਹਨ। ਕੋਈ ਤੇਰਾ ਜ਼ੋਰ ਉਸ ਦੇ ਮੋਹਰੇ ਨਹੀਂ ਚੱਲ ਸਕੇਗਾ। ਦਿਲ ਹੇਚ ਨਾ ਦਾਨੀ, ਤੂੰ ਜਾਣਦਾ ਕਿਉਂ ਨਹੀਂ, ਸਮਝਦਾ ਕਿਉਂ ਨਹੀਂ? ਤੇਰੇ ਪੱਲੇ ਗੱਲ ਪੈਂਦੀ ਕਿਉਂ ਨਹੀਂ? ਸੱਚ ਇਹ ਹੈ, ਜ਼ਨ ਪਿਸਰ ਪਦਰ ਬੇਰਾਦਰਾਂ, ਕਸਨੇਸ਼ ਦਸਤੰਗੀਰ, ਕਸਨੇਸ਼ ਦਸਤੰਗੀਰ। ਕੋਈ ਨਹੀਂ ਤੇਰੀ ਬਾਂਹ ਪਕੜਨ ਵਾਲਾ ਬਣਨਾ। दबा के कब्र में सब चल दिए,
दुआ न सलाम, जरा सी देर में क्या हो गया जमाने को। पल पर दी खेड है, दबा के कब्र में सब चल दिए। दुआ न सलाम, जरा सी देर में क्या हो गया जमाने को। सब कब्र विच मिट्टी पा के तुर जाते हैं। करन भी की, जन का मतलब होता है औरत, इस्त्री, पत्नी होवे भावें पति होवे, चाहे पिसर होवे ते चाहे पदर होवे, बच्चा होवे के बाप होवे, भावें भरा होण, जन पिसर पदर बिरादरां कस नेस दस्तंगीर। कोई भी हाथ फड़न वाला तेरा साबित नहीं होना। ऐसा बुरा वक्त आउंदा है, दुनिया विच सधारण बुरे वक्त आ जाण तां कोई साथ नहीं दिंदा। कौन होता है बुरे वक्त, दुखां दा शरीक कौन बनता है। कौन होता है बुरे वक्त का शरीक, कि तारीकी में साया भी जुदा होता है इंसान से। जदों हनेरे दिन आ जाते ने, अपना परछावां भी साथ छड्ड जाता है। होर किसे ते भरोसा की करना है। बुरे वक्त का शरीक तो कौन बनेगा। ते इस तो बुरा होर की समा है, मौत। जन पिसर पदर बिरादरां कस नेस दस्तंगीर। सतगुरु जी का बचन है, छड़ खड़ोता खिने माहे, सब छड़ बैठे। छड़ खड़ोते खिने माहे, जिन स्यों लगा हेत। जिन्हां नाल बड़ा मोह लाया सी, वो भी कच्छां विच हथ दे के खड़े हो जाते ने, छड़ के परे हो जाते ने। कौन साथ निभ सकता है। इसलिए ख्याल रखने की जरूरत है। कोई साथी नहीं। सतगुरु कहते ने, जन पिसर पदर बिरादरां कस नेस दस्तंगीर। आखिर बेअफ्तम कस न दारद चूं शवद तकबीर। मैं ऐ मेरे मालक इस गल नूं समझ लिया है कि कोई साथी नहीं ते तेरी शरण विच डिग पिया। कोई नहीं रख सकता। ते जदों ये समझ पै गई है, उस वेले तो एको ही तरीका रह जाता है कि तू ही साथी बनेगा, तेरी शरण विच आ जावां। जदों जनाजे दी नमाज अदा की जानी है, उस वेले किसी ने साथी नहीं बनना। दुआ ना सलाम, यही कहानी सब नाल वरतदी है। आखिर बेअफ्तम कस न दारत चूं शवद तकबीर। जदों नमाज अदा की जाएगी जनाजे दी, उस वेले कोई साथी नहीं बन सकेगा। जिथे असलीयत संसार दे सामने रखी, उत्थे बाबा जी ने आख्या अपने आप नूं विचे ही ऐड करके कहने लगे, शब रोज गश्तम दर हवा कर देम बदी ख्याल। इस विच फारसी दे शब्द भी ने, हिंदी दे शब्द भी ने। उस वेले दी प्रचलित बोली है। शब आखदे ने रात नूं ते रोज़ आखदे ने दिन नूं। शब रोज़ गश्तम फिरदा हां। अपनी गल कह रहे हैं, अपने ते रख के कह रहे हैं। तो इसका फायदा ये है, जिहड़ा भी पढ़े वो अपने आप नूं कह सके। शब रोज़ गश्तम दर हवा, लाल सावां विच डुबिया होया, भटकिया होया, मैं दिन रात फिरदा रहा। कर देम बदी ख्याल, ते मेरे अंदर ख्याल जिहड़े सन वो बदियां दे ही, भैड़ियां नीयतां वाले, मंदे कर्मां वाले ख्याल लैके ही मैं संसार विच भटकदा रहा। ऐ मेरे मालिक, मेरी हालत ऐसी है, गाहे ना नेकी कार करदम। कदे भी मैं नेकी दा कम कोई नहीं कीता।
ਜਿਹੜੇ ਲੋਕ ਆਪਣੀਆਂ ਨੇਕੀਆਂ ਦੇ ਦਾਈਏ ਬੰਨ੍ਹਦੇ ਹਨ, ਦਾਅਵੇ ਕਰਦੇ ਹਨ, ਉਹ ਮੂਰਖ ਨੇ। ਆਪਣੇ ਔਗਣਾਂ ਵੱਲ ਦੇਖਣਾ ਸਿਆਣਪ ਹੈ। ਜਿਹੜਾ ਮਨੁੱਖ ਇਹ ਦੇਖ ਲਏਗਾ ਮੇਰੇ ਪਾਸ ਚਿੱਕੜ ਹੈ, ਉਹ ਚਿੱਕੜ ਨੂੰ ਦੂਰ ਕਰਨ ਦਾ ਯਤਨ ਕਰੇਗਾ। ਜੋ ਚਿੱਕੜ ਵੱਲ ਤੱਕੇ ਹੀ ਨਾ, ਉਹ ਉਸੇ ਬਦਬੂ ਵਿੱਚ ਜ਼ਿੰਦਗੀ ਬਰਬਾਦ ਕਰ ਬੈਠੇਗਾ। ਆਪਣੀਆਂ ਬੁਰਾਈਆਂ ਨੂੰ ਦੇਖਣਾ, ਦੂਜੇ ਦੀਆਂ ਚੰਗਿਆਈਆਂ ਨੂੰ ਦੇਖਣਾ ਸਿਆਣੀ ਗੱਲ ਤਾਂ ਇਹ ਹੈ, ਪਰ ਸਾਡੀ ਹਾਲਤ ਉਲਟੀ ਹੈ। ਅਸੀਂ ਦੂਜੇ ਦੀਆਂ ਬੁਰਾਈਆਂ ਦੇਖਦੇ ਹਾਂ, ਆਪਣੀਆਂ ਚੰਗਿਆਈਆਂ ਦੀ ਚਰਚਾ ਕਰਦੇ ਹਾਂ। ਜੇ ਕੋਈ ਵੀ ਸਾਡੀ ਚੰਗਿਆਈ ਦੀ ਚਰਚਾ ਕਰੇ ਬੜਾ ਚੰਗਾ ਲੱਗਦਾ ਹੈ। ਬੁਰਾਈ ਕਰਨ ਵਾਲੇ ਨਾਲ ਤਾਂ ਦੁਸ਼ਮਣੀ ਪਾ ਲੈਂਦੇ ਹਾਂ। ਇਹ ਤਾਂ ਕੋਈ ਕਬੀਰ ਹੀ ਕਹੇ ਕਿ ਨਿੰਦੋ ਨਿੰਦੋ ਲੋਗ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਉਹ ਤਾਂ ਸਾਡਾ ਕੰਮ ਕਰ ਰਿਹਾ ਹੈ। ਇਸ ਸ਼ਬਦ ਦੇ ਅਖੀਰ ਵਿੱਚ ਤਾਂ ਕਬੀਰ ਜੀ ਨੇ ਇੱਥੋਂ ਤੱਕ ਵੀ ਕਹਿ ਦਿੱਤਾ, ਹਮਰੇ ਕੱਪੜੇ ਨਿੰਦਕ ਧੋਏ। ਮੇਰੇ ਕੱਪੜੇ ਸਾਫ਼ ਕਰ ਰਿਹਾ ਹੈ, ਮੈਨੂੰ ਯਾਦ ਕਰਵਾ ਰਿਹਾ ਹੈ ਕਿ ਔਗਣ ਨੇ ਤੇਰੇ ਵਿੱਚ ਦੂਰ ਕਰ ਲੈ। ਜੇ ਹੈਨ ਤਾਂ ਦੂਰ ਕਰ ਲਓ, ਜੇ ਨਹੀਂ ਤਾਂ ਸੋਚੋ ਫਾਲਤੂ ਬੋਲ ਰਿਹਾ ਹੈ। ਪਰ ਦੇਖੋ ਤਾਂ ਸਹੀ, ਬਾਬਾ ਨਾਨਕ ਨੇ ਵੇਖਣ ਦੀ ਜਾਚ ਦੱਸੀ ਹੈ। ਕਹਿੰਦੇ ਨੇ, ਸ਼ਬ ਰੋਜ਼ ਗਸ਼ਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਮਮ ਈ ਚਿਨੀ ਅਹਵਾਲ। ਇਹ ਹੈ ਮੇਰੀ ਹਾਲਤ, ਇਹ ਹੈ ਮੇਰਾ ਹਾਲ। ਬਦੀਆਂ ਵਿੱਚ ਪਿਆ ਹੋਇਆ ਤੇ ਕਦੀ ਵੀ ਨੇਕੀ ਦਾ ਕੰਮ ਤਾਂ ਕਰਦਾ ਹੀ ਨਹੀਂ। ਬੁਰਾਈਆਂ ਨਾਲ ਜ਼ਿੰਦਗੀ ਭਰੀ ਪਈ ਹੈ। ਬਦਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ। ਇਹ ਹੈ ਮੇਰੀ ਹਾਲਤ। ਬਦਬਖਤੀਆਂ ਕਰਨ ਵਾਲਾ ਬਦਨਸੀਬ ਬੰਦਾ। ਬਦਬਖਤ ਹਮ ਚੋ ਬਖੀਲ ਗਾਫਿਲ। ਗਫਲਤ ਵਿੱਚ ਪਿਆ ਹੋਇਆ ਹਾਂ, ਆਲਸੀ ਹਾਂ, ਬਖੀਲੀਆਂ ਕਰਦਾ ਹਾਂ, ਚੁਗਲੀਆਂ ਕਰਨ ਵਾਲਾ ਹਾਂ। ਮੇਰੇ ਜੈਸਾ ਕੌਣ ਹੋਵੇਗਾ ਐਸਾ। ਬੇਨਜ਼ਰ ਬੇਬਾਕ, ਨਿਡਰ ਹਾਂ, ਰੱਤੀ ਭਰ ਧਿਆਨ ਕਰਕੇ ਦੇਖਦਾ ਹੀ ਨਹੀਂ। ਦ੍ਰਿਸ਼ਟੀ ਤੋਂ ਵੀ ਹੀਣਾ ਹਾਂ, ਢੀਠ, ਬੇਨਜ਼ਰ ਬੇਬਾਕ। ਨਾਨਕ ਬਗੋਯਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਹੇ ਪ੍ਰਭੂ, ਆਪਣੇ ਔਗਣਾਂ ਵੱਲ ਤੱਕ ਕੇ ਸ਼ਰਮਿੰਦਾ ਹਾਂ, ਪਰ ਤੇਰੀ ਸ਼ਰਨ ਵਿੱਚ ਡਿੱਗ ਪਿਆ। ਸ਼ਰਨ ਡਿੱਗ ਹੀ ਤਾਂ ਸਕਦੇ ਹੋ ਜੇ ਆਪਣੇ ਔਗਣਾਂ ਨੂੰ ਦੇਖਣ ਦੀ ਜਾਚ ਆ ਜਾਵੇ। ਹੰਕਾਰ ਨਾਲ ਬੰਦਾ ਭਰ ਜਾਂਦਾ ਹੈ ਜਦੋਂ ਆਪਣੀਆਂ ਨੇਕੀਆਂ ਦੇਖਦਾ ਹੈ। ਤੇ ਜੁੜਨਾ ਹੰਕਾਰ ਵਿੱਚ ਨਹੀਂ, ਨਿਰੰਕਾਰ ਵਿੱਚ ਹੈ, ਤੇ ਉੱਥੇ ਅਰਦਾਸ ਨਾਲ ਜੁੜਿਆ ਜਾਣਾ ਹੈ। ਨਾਨਕ ਬਗੋਯਦ ਜਨ ਤੁਰਾ। ਹੇ ਪ੍ਰਭੂ, ਲੱਖ ਔਗਣ ਮੇਰੇ ਵਿੱਚ ਹੋਣਗੇ, ਪਰ ਮੈਂ ਤੇਰਾ ਬੰਦਾ ਹਾਂ, ਤੇਰੀ ਸ਼ਰਨ ਵਿੱਚ ਡਿੱਗ ਪਿਆ। ਮੈਂ ਆਖਦਾ ਹਾਂ ਤੇਰਾ ਦਾਸ। ਨਾਨਕ ਬਗੋਯਦ ਜਨ ਤੁਰਾ। ਤੇਰਾ ਦਾਸ ਨਾਨਕ ਇਉਂ ਕਹਿ ਰਿਹਾ ਹੈ, ਐ ਮੇਰੇ ਮਾਲਕ, ਤੇਰੇ ਚਾਕਰਾਂ ਪਾ ਖਾਕ। ਆਮ ਤੌਰ ਤੇ ਟੀਕਾਕਾਰ ਅਰਥ ਕਰਦੇ ਨੇ, ਹੇ ਪ੍ਰਭੂ, ਆਪਣੇ ਚਾਕਰਾਂ ਦੇ ਚਰਨਾਂ ਦੀ ਧੂੜ ਬਣਾ ਲੈ। ਪਰ ਮੈਂ ਇਉਂ ਦੇਖਦਾ ਹਾਂ, ਬਾਬਾ ਨਾਨਕ ਉਸ ਅਵਸਥਾ ਨੂੰ ਪ੍ਰਗਟ ਕਰ ਰਹੇ ਹਨ ਜਿੱਥੇ ਕਹਿੰਦੇ ਨੇ, ਮੇਰੇ ਅੰਦਰ ਬੜੇ ਔਗਣ, ਗੁਨਾਹਾਂ ਨਾਲ ਮੈਂ ਪਲੀਤ ਹੋਇਆ ਪਿਆ ਹਾਂ। ਪਰ ਹੇ ਮੇਰੇ ਮਾਲਕ, ਤੇਰੀ ਸ਼ਰਨ ਡਿੱਗ ਕੇ ਆਖਣਾ, ਮੈਂ ਤੇਰਾ ਬੰਦਾ ਹਾਂ। ਤੇ ਤੇਰੇ ਜਿਹੜੇ ਸੇਵਾਦਾਰ ਨੇ, ਤੇਰੀ ਚਰਨ ਸਰਨ ਵਿੱਚ ਜੁੜੇ ਹੋਏ ਨੇ, ਖੁਦਾ ਪ੍ਰਸਤ ਨੇ, ਜਿਨ੍ਹਾਂ ਤੇਰਾ ਰੰਗ ਮਾਣਿਆ, ਤੇਰੇ ਚਾਕਰ ਬਣ ਗਏ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਇਹ ਵੀ ਬੜੀ ਵੱਡੀ ਪ੍ਰਾਪਤੀ ਹੋਵੇਗੀ, ਕੋਈ ਬੰਦਗੀਵਾਨਾਂ ਦੇ ਚਰਨਾਂ ਦੀ ਧੂੜ ਬਣ ਜਾਏ। ਸੋ ਯਾਦ ਰੱਖਣਾ, ਦੁਨੀਆ ਮੁਕਾਮੇ ਫਾਨੀ, ਇਹ ਸੰਸਾਰ ਫਨਾ ਹੋ ਜਾਣ ਵਾਲਾ ਹੈ। ਅਸ਼ ਅਸ਼ ਕਰ ਉੱਠਿਆ ਹੋਵੇਗਾ ਉਹ ਫਾਰਸੀ ਪੜ੍ਹਾਉਣ ਵਾਲਾ ਅਧਿਆਪਕ ਵੀ,
ਜੇ ਪੀਰ ਵਲੀ ਦੇ ਪਾਸ ਉਚਾਰਿਆ ਹੈ ਇਹ ਸ਼ਬਦ ਤਾਂ ਉਹ ਵੀ ਜਿਨ੍ਹਾਂ ਲੋਕਾਂ ਨੇ ਸੁਣਿਆ ਹੋਵੇਗਾ ਉਹ ਵੀ ਧੰਨ ਹੋ ਗਏ ਹੋਣਗੇ। ਆਓ ਆਪਾਂ ਵੀ ਹਿਰਦੇ ਵਿੱਚ ਵਸਾਈਏ, ਬਾਬੇ ਨਾਨਕ ਦੇ ਬਚਨਾਂ ਨੂੰ ਸੁਣੀਏ, ਸਮਝੀਏ ਤੇ ਕਮਾਈਏ। ਸੰਸਾਰ ਫਾਨੀ ਹੈ, ਚੰਗੀ ਤਰ੍ਹਾਂ ਜ਼ਿੰਦਗੀ ਬੀਤੇ ਮੁਬਾਰਕ ਹੈ, ਪਰ ਯਾਦ ਰਹੇ ਅੱਜ ਨਹੀਂ ਤੇ ਕੱਲ ਸਹੀ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਦੁਨੀਆ ਦੇ ਧੰਦੇ ਜੰਜਾਲ ਨਾ ਬਣ ਜਾਣ, ਸਾਡੇ ਲਈ ਫਾਹੀਆਂ ਨਾ ਬਣ ਜਾਣ, ਉਸ ਵਾਸਤੇ ਹਰੀ ਦੇ ਗੁਣ ਗਾਉਂਦੇ ਰਹੀਏ। ਭੁੱਲਾਂ ਖਿਮਾ ਕਰਨੀਆਂ। ਅੰਤ ਵਿੱਚ ਉਹੀ ਬੇਨਤੀ ਜੋ ਹਰ ਐਪੀਸੋਡ ਵਿੱਚ ਕਰਦੇ ਹਾਂ ਕਿ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ USB ਚੈਨਲ ਜੋ ਇਹ ਪ੍ਰਾਰੰਭ ਅਸਾਂ ਕੀਤਾ ਹੈ, ਗੁਰੂ ਕੀਆਂ ਸਾਖੀਆਂ ਇਸ ਰਾਹੀਂ ਆਪ ਜੀ ਤੱਕ ਪਹੁੰਚਾ ਰਹੇ ਹਾਂ। ਇਸ ਵਿੱਚ ਯੋਗਦਾਨ ਤੁਸੀਂ ਵੀ ਪਾਓ। ਕੋਈ ਪੈਸੇ ਨਹੀਂ ਮੰਗ ਰਹੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਚੈਨਲ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸਾਖੀਆਂ ਲਾਈਕ ਕਰਨੀਆਂ ਨਾ ਭੁੱਲਣਾ। ਇਹ ਹਿਰਦੇ ਦੀ ਸ਼ਰਧਾ ਵੀ ਇਸ ਵਿੱਚੋਂ ਪ੍ਰਗਟ ਹੋਵੇਗੀ। ਕਮੈਂਟਸ ਦੇਣੇ ਚਾਹੋ ਮੁਬਾਰਕ ਹੈ। ਸ਼ੇਅਰ ਜ਼ਰੂਰ ਕਰੋ ਜਿੰਨਾ ਸਰਕਲ ਤੁਹਾਡਾ ਹੈ ਸਭ ਦੇ ਨਾਲ, ਅਤੇ ਵਿਸ਼ੇਸ਼ ਤੌਰ 'ਤੇ ਪਰਸਨਲੀ ਰਿਕੁਐਸਟ ਕਰੋ ਸਾਰਿਆਂ ਨੂੰ ਕਿ ਉਹ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ। ਆਸ ਹੈ ਆਪ ਜੀ ਇਸ ਪਾਸੇ ਜ਼ਰੂਰ ਧਿਆਨ ਦਿਓਗੇ। ਅਤੇ ਦਾਸ ਗਿਆਨੀ ਸਰਵਣ ਸਿੰਘ UK ਦੇ ਸ਼ਹਿਰ ਕਵੈਂਟਰੀ ਤੋਂ ਆਪ ਜੀ ਨੂੰ ਮੁਖਾਤਬ ਸੀ। ਇਹ ਐਪੀਸੋਡ ਇੱਥੇ ਹੀ ਸੰਪੂਰਨ ਕਰਦੇ ਹਾਂ। ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ